ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਜਗਸੀਰ ਧਾਲੀਵਾਲ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਓਨਰ ਆਫ ਖੁਸ਼ੀ ਇੰਟਰਪ੍ਰਾਈਜ਼ਸ ਨਿਹਾਲ ਸਿੰਘ ਵਾਲਾ ਡਿਸਟ੍ਰਿਕਟ ਮੋਗਾ ਦੇ ਵਿੱਚ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਰੂਬਰੂ ਕਰਾਉਂਦਾ ਰਹਿੰਦਾ ਕਿ ਕਿਹੜੀ ਕੰਟਰੀ ਦਾ ਕੀ ਫਾਇਦਾ ਹੈ ਉੱਥੇ ਜਾਣ ਦਾ, ਉੱਥੇ ਰਹਿਣ ਦਾ, ਉਹਦਾ ਕਿਵੇਂ ਆਪਾਂ ਵੀਜ਼ਾ ਲੈ ਸਕਦੇ ਹਾਂ, ਕਿਵੇਂ ਆਪਾਂ ਉਸ ਕੰਟਰੀ ਦੇ ਵਿੱਚ ਐਂਟਰੀ ਲੈਣੀ ਹੈ ਲੀਗਲੀ, ਅਨਲੀਗਲ ਵੇ ਕੀ ਹੁੰਦੇ ਆ, ਕਿਵੇਂ ਆਪਾਂ ਉਹਨਾਂ ਤੋਂ ਬਚਣਾ ਹੈ। ਇਹ ਸਾਰੀਆਂ ਜਿਹੜਾ ਪ੍ਰੋਸੈਸ ਆ ਮੈਂ ਤੁਹਾਨੂੰ ਵਾਰੀ ਦੱਸਦਾ ਰਹਿੰਦਾ। ਅੱਜ ਖੈਰ ਮੈਨੂੰ ਕੁਝ ਦਿਨ ਜ਼ਿਆਦਾ ਹੋ ਗਏ ਤੇ ਫਿਰ ਵੀ ਅੱਜ ਮੈਂ ਜਿਹੜੀ ਕੰਟਰੀ ਦੀ ਤੁਹਾਡੇ ਵਾਸਤੇ ਇਨਫੋਰਮੇਸ਼ਨ ਲੈ ਕੇ ਆਇਆ, ਰੂਬਰੂ ਤੁਹਾਡੇ ਕਰ ਰਹੇ ਹਾਂ, ਉਹਨੂੰ ਰਸ਼ੀਅਨ ਫੈਡਰੇਸ਼ਨ ਕਹਿੰਦੇ ਆ, ਜਿਹਨੂੰ ਪੰਜਾਬੀ 'ਚ ਰੂਸ ਵੀ ਕਹਿੰਦੇ ਆ। ਹੁਣ ਰਸ਼ੀਅਨ ਫੈਡਰੇਸ਼ਨ ਹੈ ਕੀ? ਸਭ ਤੋਂ ਪਹਿਲਾਂ ਤਾਂ ਗੱਲ ਇਹ ਹੈ ਕਿ 1947 ਤੋਂ ਜਦੋਂ ਤੋਂ ਇੰਡੀਆ ਆਜ਼ਾਦ ਹੋਇਆ, ਸਭ ਤੋਂ ਪਿਆਰਾ ਮਿੱਤਰ ਇਹ ਇੰਡੀਆ ਦਾ ਰੂਸ ਹੀ ਹੈ, ਜਿਹਨੂੰ ਰਸ਼ੀਅਨ ਕਹਿੰਦੇ ਆ। ਰਸ਼ੀਆ ਨੇ ਆਪਣੀ ਸ਼ੁਰੂ ਤੋਂ ਮਦਦ ਕੀਤੀ ਹੈ। ਹੁਣ ਗੱਲ ਇਹ ਹੈ ਕਿ ਕਹਿ ਰਹੇ ਆ ਕਿ ਯੂਕਰੇਨ ਦੇ ਨਾਲ ਉਹਦੀ ਲੜਾਈ ਲੱਗ ਗਈ ਤੇ ਪਤਾ ਨਹੀਂ ਕੀ ਹੋ ਰਿਹਾ ਉੱਥੇ। 2 ਦਿਨ ਪਹਿਲਾਂ ਆਪਣੇ ਦੋਨੋਂ ਇੰਡੀਆ ਤੇ ਰਸ਼ੀਆ ਦੇ ਫੈਡਰੇਸ਼ਨ ਦੋਨਾਂ ਨੇ ਜਿਹੜੇ ਫੋਰਨ ਮਿਨਿਸਟਰ ਆ, ਇਹਨਾਂ ਦੇ ਵਿੱਚ ਕੰਟਰੈਕਟ ਹੋਏ ਆ ਇੱਕ ਦੂਜੇ ਦੇ ਨਾਲ ਹਰੇਕ ਬਿਜ਼ਨਸ ਦੇ ਵਿੱਚ ਸਾਂਝ ਕਰਨ ਦੀ। ਰਸ਼ੀਆ ਦੇ ਵਿੱਚ ਅੱਜ ਉਹਨੇ ਉਹ ਚੀਜ਼ ਸ਼ੋਅ ਕੀਤੀ ਆ ਕਿ ਉਹ ਕਿੱਡੀ ਵੱਡੀ ਮਹਾਸ਼ਕਤੀ ਹੈ। ਠੀਕ ਹੈ, ਉਹਨੇ ਜਿਹੜਾ ਯੂਕਰੇਨ 'ਤੇ ਅਟੈਕ ਕੀਤਾ ਉਹ ਸਿਸਟਮ ਵੱਖਰਾ ਹੈ, ਉਹ ਉਹਨਾਂ ਦੀ ਪਰਸਨਲ ਮੈਟਰ ਨੇ, ਆਪਾਂ ਉਹਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦੇਣਾ। ਪਰ ਜਿਹੜੀ ਕੰਟਰੀ ਆ, ਉਹ ਕੰਟਰੀ ਦੇ ਵਿੱਚ ਲੀਗਲੀ ਕਿਵੇਂ ਜਾਣਾ, ਉਹਦੇ ਲੀਗਲ ਜਾਣ ਦੇ ਫਾਇਦੇ ਕੀ ਆ, ਮੈਂ ਉਸ ਬਾਰੇ ਤੁਹਾਨੂੰ ਦੱਸ ਰਿਹਾ। ਸਭ ਤੋਂ ਪਹਿਲਾਂ ਕਿ ਜਿਹੜੀ ਇਹ ਕੰਟਰੀ ਹੈ 17.1 ਮਿਲੀਅਨ ਸਕੁਅਰ ਕਿਲੋਮੀਟਰ ਦੇ ਵਿੱਚ ਫੈਲੀ ਹੋਈ ਹੈ। ਮੀਨਸ ਜਿਹਨੂੰ ਤੁਸੀਂ ਬਹੁਤ ਜ਼ਿਆਦਾ ਵੱਡੀ ਕੈਨੇਡਾ ਕਹਿੰਦੇ ਹੋ ਨਾ, ਕੈਨੇਡਾ ਦੇ ਬਹੁਤ ਜ਼ਿਆਦਾ ਆਪਣੇ ਇੰਡੀਆ ਦੇ ਵਿੱਚ ਪੰਜਾਬ 'ਚ ਨਾ ਹੈ, ਉਹ 6.1 ਹੈ। ਇਹ ਤੁਸੀਂ ਦੇਖ ਲਓ ਕਿ ਉਤੋਂ ਕਿੱਡੀ ਵੱਡੀ ਹੈ, 11.1 ਆ, ਕਿ ਉਹ 6 ਗੁਣਾ ਹੈ ਤੇ ਇਹ ਇੰਡੀਆ ਤੋਂ ਸਮਝ ਲਓ 3.25 ਗੁਣਾ ਕੈਨੇਡਾ ਹੈ ਤੇ ਇਹ 11+ ਆ। ਮਤਲਬ ਇਹ ਕੈਨੇਡਾ ਤੋਂ ਡਬਲ ਆ ਤੇ ਇੰਡੀਆ ਤੋਂ 6 ਗੁਣਾ ਵੱਡਾ ਹੋ ਗਿਆ। ਉੱਥੇ ਇੰਨੀ ਜ਼ਿਆਦਾ ਬੱਚਿਆਂ ਵਾਸਤੇ ਜੋਬਸ ਆਫਰ ਨੇ, ਇੰਨੀਆਂ ਵੱਡੀਆਂ ਕੰਪਨੀਆਂ ਦੇ ਵਿੱਚ ਉੱਥੇ ਪ੍ਰੋਜੈਕਟ ਨੇ। ਪਰ ਲੋਕ ਕੀ ਕਰ ਰਹੇ ਆ, ਉੱਥੇ 2 ਨੰਬਰ ਜਿਹਨੂੰ ਟੂਰਿਸਟ ਜਾਂ ਵਿਜ਼ਟਰ ਵੀਜ਼ਾ, ਜਾਂ ਤੁਹਾਨੂੰ ਜਿਹੜਾ ਮਿਸਗਾਈਡ ਕੀਤਾ ਜਾਂਦਾ ਉਹਨੂੰ ਬਿਜ਼ਨਸ ਵੀਜ਼ਾ ਕਹਿੰਦੇ ਆ, ਕਿ 1 ਸਾਲ ਦੇ ਬਿਜ਼ਨਸ ਵੀਜ਼ੇ 'ਤੇ ਤੁਸੀਂ ਚੱਲੋ, ਉੱਥੇ ਜਾ ਕੇ ਤੁਹਾਨੂੰ ਕੰਮ ਦਵਾਇਆ ਜਾਊਗਾ, ਉੱਥੋਂ ਤੁਸੀਂ 2 ਨੰਬਰ ਦੇ ਵਿੱਚ ਆਪਾਂ ਤੁਹਾਨੂੰ ਸ਼ੈਂਗਨ ਕੰਟਰੀ 'ਚ ਵਾੜ ਦਾਂਗੇ। ਦੇਖੋ, ਮੈਂ ਪਹਿਲਾਂ ਵੀ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਜਦੋਂ ਵੀ ਜਾਣਾ ਹੈ ਤੇ ਲਾਇਸੈਂਸ ਹੋਲਡਰ ਦੇ ਥਰੂ, ਕਿਸੇ ਵੀ ਕੰਸਲਟੈਂਟ ਤੋਂ ਬਗੈਰ ਸਲਾਹ ਲਏ ਨਹੀਂ ਜਾਣਾ। ਜਦੋਂ ਵੀ ਤੁਸੀਂ ਕਿਸੇ ਵੀ ਲਾਇਸੈਂਸ ਹੋਲਡਰ ਤੋਂ ਸਲਾਹ ਲੈਂਦੇ ਹੋ ਤੇ ਤੁਹਾਡੀ ਸਭ ਤੋਂ ਵੱਡੀ ਇੱਕ ਫਿਕਰ ਤਾਂ ਮੁੱਕ ਜਾਂਦੀ ਹੈ ਕਿ ਇਹ ਬੰਦਾ ਕਿਤੇ ਜਾ ਨਹੀਂ ਸਕਦਾ, ਕੋਈ ਗਲਤ ਸਲਾਹ ਦੇਊਗਾ ਜਾਂ ਗਲਤ ਵੇ ਤੁਹਾਡੇ ਨਾਲ ਇਸਤੇਮਾਲ ਕਰੂਗਾ ਤੇ ਉਹ ਗੌਰਮੈਂਟ ਕੋਲੇ ਰਜਿਸਟਰਡ ਆ ਉਹਦਾ ਫਰਮ, ਤੇ ਉਹਦਾ ਸਾਰਾ ਬਾਇਓਡਾਟਾ ਗੌਰਮੈਂਟ ਕੋਲੇ ਪਿਆ। ਇਸ ਕਰਕੇ ਕਦੇ ਵੀ ਜਾਣਾ ਹੈ ਤੇ ਜਾਣਾ ਸਿਰਫ ਤੇ ਸਿਰਫ ਸਰਕਾਰੀ ਅਦਾਰੇ ਦੇ ਥਰੂ, ਜਿਹਨੂੰ ਮਾਨਤਾ ਮਿਲੀ ਆ ਉਹਦੇ ਥਰੂ ਹੀ ਜਾਣਾ ਹੈ। ਹੁਣ ਗੱਲ ਆ ਗਈ ਦੂਜੀ। ਦੇਖੋ, ਬਿਜ਼ਨਸ ਵੀਜ਼ੇ ਤੇ ਕਦੇ ਵੀ ਨਾ ਜਾਓ, ਕਿਉਂਕਿ ਬਿਜ਼ਨਸ ਵੀਜ਼ੇ ਦਾ ਮਤਲਬ ਹੈ ਯੂ ਆਰ ਓਨਲੀ ਰਿਮੇਨਿੰਗ ਦੇਅਰ ਓਨਲੀ ਫॉर 3 ਮੰਥਸ ਵੈਲਿਡ। 3 ਮਹੀਨੇ ਵਾਸਤੇ ਰਹਿ ਸਕਦੇ ਹੋ। 3 ਮਹੀਨੇ ਬਾਅਦ ਤੁਸੀਂ ਉੱਥੇ 2 ਨੰਬਰ 'ਚ ਹੋ ਜਾਂਦੇ ਹੋ। ਇਸ ਕਰਕੇ ਜਿਹੜੇ ਵੀ ਏਜੰਟਸ ਤੁਹਾਨੂੰ, ਕੰਸਲਟੈਂਟ ਕੋਈ ਵੀ ਇਹ ਕਹਿੰਦਾ ਕਿ 3 ਮਹੀਨੇ ਵਾਸਤੇ ਜਾਂ 1 ਸਾਲ ਦਾ ਅਸੀਂ ਤੁਹਾਨੂੰ ਬਿਜ਼ਨਸ ਵੀਜ਼ਾ ਲਵਾ ਕੇ ਦਿੰਦੇ ਹਾਂ, ਉਹ ਵੈਲਿਡ ਓਨਲੀ ਫॉर 3 ਮੰਥਸ। ਇਸ ਚੀਜ਼ ਨੂੰ ਨਕਾਰ ਦਿਓ, ਨਾ ਜਾਓ ਉਹਦੇ ਕਹਿੰਦੇ। ਜਾਓ, ਜਾਂ ਤੁਸੀਂ ਸਿਰਫ ਆਪਣਾ ਸਟੱਡੀ ਵੀਜ਼ੇ 'ਤੇ ਜਾਓ, ਬਹੁਤ ਵਧੀਆ ਰਸ਼ੀਆ ਦਾ ਵੀ, ਉੱਥੇ MBBS ਬਹੁਤ ਬੱਚੇ ਆਪਣੇ ਇੰਡੀਆ ਦੇ ਕਰ ਰਹੇ ਆ, ਇੱਥੇ ਆ ਕੇ ਡਾਕਟਰ ਬਣਦੇ ਆ, ਹੋਰ ਵੀ ਸਟੱਡੀ ਦੇ ਬਹੁਤ ਉੱਥੇ ਫਾਇਦੇ ਆ। ਸੇਮ ਐਂ ਪਰਮਿਟ ਉਹ ਇਸ਼ੂ ਕਰਦੇ ਆ, ਜਿਹੜੇ ਉਹ ਪਰਮਿਟ ਇਸ਼ੂ ਕਰਦੇ ਆ ਉਹ ਕੰਪਨੀਆਂ ਦੇ ਥਰੂ। ਹੁਣ ਪਰਮਿਟ ਵਾਸਤੇ ਕੀ ਚਾਹੀਦਾ? ਦੇਖੋ, ਸਭ ਤੋਂ ਪਹਿਲਾਂ ਤਾਂ ਤੁਹਾਡਾ ਇੱਕ ਪਾਸਪੋਰਟ ਹੋਣਾ ਚਾਹੀਦਾ, ਫਿਰ ਉਹਦੇ ਬਾਅਦ ਤੁਹਾਡੇ ਕੋਲ ਇੱਕ ਡਿਜੀਟਲ ਫੋਟੋ ਹੋਣੀ ਚਾਹੀਦੀ ਹੈ ਵਾਈਟ ਬੈਕਗਰਾਊਂਡ ਦੀ, ਫਿਰ ਇੱਕ ਆਫਰ ਲੈਟਰ ਹੁੰਦਾ ਹੈ, ਇਨਵੀਟੇਸ਼ਨ ਲੈਟਰ ਹੁੰਦਾ ਹੈ, ਜਿਹੜਾ ਕਿ ਉੱਥੋਂ ਦੀ ਕੰਪਨੀ ਤੁਹਾਨੂੰ ਭੇਜਦੀ ਹੈ। ਫਿਰ ਉਹਦੀ ਜਿਹੜੀ ਕੰਪਨੀ ਆ ਉਹਦੇ ਸਾਰੇ ਟੈਕਸਿਸ ਭਰ ਕੇ ਉਹ ਤੁਹਾਨੂੰ ਇਨਵੀਟੇਸ਼ਨ ਭੇਜਦੀ ਆ। ਫਿਰ ਉਹਦੇ ਬਾਅਦ ਤੁਹਾਡੀ ਲੋਕੇਸ਼ਨ ਭੇਜਦੀ ਆ ਕਿ ਕਿੱਥੇ ਤੁਸੀਂ ਜੋਬ ਕਰਨਾ ਹੈ। ਫਿਰ ਉਹ ਜੋਬ ਆਫਰ ਲੈਟਰ ਆਉਂਦਾ ਹੈ। ਫਿਰ ਉਹਦੇ ਵਿੱਚ ਤੁਹਾਡੇ ਜਿਹੜੇ ਡਾਕੂਮੈਂਟ ਉਹ ਕਲੀਅਰ ਹੋ ਕੇ ਆਉਂਦੇ ਆ, ਜਿਹੜੇ ਕਿ ਬਾਅਦ 'ਚ ਤੁਹਾਡਾ ਇੱਕ HIV ਦਾ ਲਾਲ ਪਾਥ ਜਿਹੜੀ ਲੈਬ ਆ ਉਹਦੇ ਵਿੱਚੋਂ ਕਲੀਅਰ ਹੋ ਕੇ
ਫਿਰ ਉਹ ਜਾਂਦਾ ਹੈ ਤੇ ਉਹ ਫਿਰ ਸਟicker ਦੇ ਵਿੱਚ ਤਬਦੀਲ ਹੋ ਕੇ ਤੁਹਾਡਾ ਪਰਮਿਟ ਇਸ਼ੂ ਹੁੰਦਾ। ਹੁਣ ਗੱਲ ਇਹ ਆ ਗਈ ਕਿ ਲੱਖਾਂ ਰੁਪਈਆ ਫੂਕਣ ਦੀ ਲੋੜ ਨਹੀਂ। ਲੀਗਲੀ 3 ਸਾਲ ਜਿਹੜਾ ਐਕਸਟੈਂਡੇਬਲ ਵਰਕ ਪਰਮਿਟ ਆ ਇਹਨਾਂ ਦਾ ਸੇਮ ਉਵੇਂ ਸਟੱਡੀ ਵੀਜ਼ੇ ਵਾਂਗੂ ਕਿ 9 ਮਹੀਨੇ ਦਾ ਸਟੱਡੀ ਵੀਜ਼ਾ ਇੱਥੋਂ ਲੈਂਗੁਏਜ ਦੇ ਨਾਲ MBBS ਤੱਕ ਦਾ ਇਸ਼ੂ ਹੁੰਦਾ। ਇਹ ਪਰਮਿਟ ਵੀ ਐਂ ਇਸ਼ੂ ਹੁੰਦਾ, ਇਹ 3 ਸਾਲ ਵਾਸਤੇ ਵੈਲਿਡ ਹੁੰਦਾ। ਰਸ਼ੀਆ ਦਾ ਇੱਕ ਬੈਨੀਫਿਟ ਇਹ ਆ ਕਿ ਜਿਵੇਂ ਤੁਸੀਂ ਇੱਥੋਂ ਖੁਦ ਇੰਡੀਆ ਤੋਂ ਲੀਗਲੀ ਚਲੇ ਗਏ, ਉੱਥੋਂ ਟੈਕਸ ਕੰਪਨੀ ਤੁਹਾਡੇ ਭਰਦੀ ਆ। ਉੱਥੋਂ ਤੁਸੀਂ ਸ਼ੈਂਗਨ ਕੰਟਰੀ ਜਾਂ ਕਿਸੇ ਵੀ ਵੱਡੀ ਕੰਟਰੀ 'ਚ ਮੂਵ ਕਰਨਾ ਤੇ ਜਿਹੜੀ ਕੰਪਨੀ ਤੁਹਾਨੂੰ ਇੱਥੋਂ ਲੈ ਕੇ ਜਾ ਰਹੀ ਆ, ਉਹ ਕੰਪਨੀ ਤੁਹਾਡੇ ਆਪਣੀ ਜ਼ਿੰਮੇਵਾਰੀ ਤੇ ਤੁਹਾਡੇ ਡਾਕੂਮੈਂਟ ਸਬਮਿਟ ਕਰਕੇ ਤੁਸੀਂ ਉੱਥੋਂ ਵੀ ਲੀਗਲੀ ਐਮਬੈਸੀ, ਚਾਹੇ ਉਹ ਜਰਮਨੀ ਹੈ, ਚਾਹੇ ਸ਼ੈਂਗਨ ਹੈ, ਚਾਹੇ ਯੂਰਪ ਆ, ਚਾਹੇ ਕਿਸੇ ਵੀ ਕੰਟਰੀ ਦੇ, ਤੁਸੀਂ ਲੀਗਲੀ ਉਸ ਕੰਟਰੀ ਦੀ ਐਮਬੈਸੀ ਦੇ ਵਿੱਚ ਆਪਣੇ ਡਾਕੂਮੈਂਟ ਅਪਲਾਈ ਕਰਕੇ ਵੀ ਵੀਜ਼ਾ ਲੀਗਲੀ ਹੀ ਲੈ ਸਕਦੇ ਹੋ, ਟੂਰਿਸਟ ਦਾ ਵੀ। ਇਸ ਕਰਕੇ ਕਦੇ ਵੀ ਆਪਦੇ ਬੱਚਿਆਂ ਨੂੰ, ਆਪਦੇ ਦੋਸਤ ਨੂੰ, ਆਪਦੇ ਮਿੱਤਰਾਂ ਨੂੰ, ਕਿਸੇ ਨੂੰ ਵੀ ਭੇਜਣਾ ਹੈ ਰਸ਼ੀਆ ਦੇ ਵਿੱਚ ਤੇ ਲੀਗਲੀ ਤਰੀਕੇ ਪਰਮਿਟ ਤੇ ਸਟੱਡੀ ਵੀਜ਼ਾ। ਔਰ ਇਸ ਕਰਕੇ ਕਿਉਂਕਿ ਬੱਚੇ ਜਦੋਂ 2 ਨੰਬਰ 'ਚ ਨਹੀਂ ਜਾਣਗੇ, ਕਿਉਂਕਿ ਮਾਸਕੋ ਤੇ ਪੀਟਰਸਬਰਗ ਦੇ 2 ਵੱਡੀ ਮਤਲਬ ਆਪਾਂ ਸਿਟੀਜ਼ ਕਹਿ ਸਕਦੇ ਹਾਂ, ਜਿਹਦੇ ਵਿੱਚ ਲੱਖਾਂ ਬੱਚੇ, ਹਜ਼ਾਰਾਂ ਇੰਡੀਅਨ ਵੀ ਯੂਕਰੇਨ ਵਾਂਗੂ ਉੱਥੇ MBBS ਹੋਰ ਸਟੱਡੀ ਕਰ ਰਹੇ ਔਰ ਪਰਮਿਟ 'ਤੇ ਵੀ ਹੈਗੇ ਆ। ਤੇ ਮੇਰੀ ਤੁਹਾਨੂੰ ਸਾਰਿਆਂ ਨੂੰ ਫਿਰ ਉਹੀ ਇੱਕ ਸਲਾਹ ਹੈ, ਵਿਦਆਊਟ ਕੰਸਲਟੈਂਟ ਲੀਗਲ ਉਹਦੇ ਨਾ ਜਾਓ, ਔਰ ਜਦੋਂ ਵੀ ਜਾਣਾ ਹੈ ਲੀਗਲ ਵੇ ਨਾਲ ਜਾਓ। ਥੈਂਕ ਯੂ।